मैं हरविंदर कौर असिस्टेंट प्रोफैसर पोस्ट ग्रैजुएट पंजाबी विभाग GGD SD कॉलेज हरियाणा जिला हुशियारपुर ਅੱਜ ਤੁਹਾਡੇ ਨਾਲ ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ ਤੇ ਪ੍ਰਵਿਰਤੀਆਂ ਬਾਰੇ ਗੱਲ ਕਰਾਂਗੀ। ਇਸ ਵਿਸ਼ੇ ਨੂੰ MA ਸਮੈਸਟਰ ਤੀਸਰੇ ਵਿੱਚ ਪੇਪਰ 11ਵੇਂ ਵਿੱਚ ਸ਼ਾਮਿਲ ਕੀਤਾ ਗਿਆ ਹੈ। इस क्वेश्चन नूं तुहानूं कई तरीक़िਆਂ नाल पूछा जा सकता है। मैं उस तरीके नाल जिहड़े है कि कुछ क्वेश्चन जिहड़े है कि तुहाडे नाल सांझे कर रही हैं। जिवें आधुनिक पंजाबी कविता दा इतिहास मूलक अध्ययन करो जां आधुनिक पंजाबी कविता दियां प्रमुख प्रवृत्तियां दा वर्णन करो। जां इस तरह हो सकदा आ आधुनिक पंजाबी कविता दे प्रमुख झुकाव ਜਾਂ ਇਸ ਦੇ ਵੱਖ-ਵੱਖ ਪੜਾਵਾਂ ਉੱਪਰ ਵਿਸਥਾਰਪੂਰਵਕ ਵਰਣਨ ਕਰੋ। ਜਾਂ ਇਸ ਤਰ੍ਹਾਂ ਹੋ ਸਕਦਾ ਹੈ ਆਧੁਨਿਕ ਬੋਧ ਨੂੰ ਸਪਸ਼ਟ ਕਰਦੇ ਹੋਏ ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਦੀ ਵਿਆਖਿਆ ਕਰੋ। ਇਹਨਾਂ ਕੁਐਸਚਨਾਂ ਨੂੰ ਇਸੇ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਆ ਜਾਂ ਇਹਨਾਂ ਨੂੰ ਟੁੱਟਵੇਂ ਰੂਪ ਵਿੱਚ ਵੀ ਪੁੱਛਿਆ ਜਾ ਸਕਦਾ ਹੈ। ਜੇ ਤੁਹਾਨੂੰ 15 ਨੰਬਰ ਜਾਂ 20 ਨੰਬਰ ਵਿੱਚ ਜਿਹੜਾ ਹੈ ਕਿ ਤੁਹਾਨੂੰ ਸ਼ਾਰਟ ਇਹਦੇ ਜਿਹੜੇ ਕੁਝ ਹਿੱਸੇ ਨੂੰ ਪੁੱਛਿਆ ਜਾਂਦਾ ਹੈ ਤੇ ਤੁਸੀਂ ਇਹਦੇ ਲਈ ਹੋਰ ਐਕਸਟਰਾ ਵੀ ਪੜ੍ਹਨਾ ਹੈ ਕਿ ਉਸ ਨੂੰ ਕੀ ਵਧੀਆ ਤਰੀਕੇ ਨਾਲ ਉਸ ਨੰਬਰਾਂ ਦੇ ਹਿਸਾਬ ਨਾਲ ਲਿਖ ਸਕੋ। ਹੁਣ ਅਸੀਂ ਗੱਲ ਕਰਾਂਗੇ ਆਧੁਨਿਕਤਾ ਤੋਂ ਭਾਵ। ਆਧੁਨਿਕਤਾ ਦਾ ਭਾਵ ਆਧੁਨਿਕ ਰੁਚੀਆਂ ਰੱਖਣ ਵਾਲੇ ਲੇਖਕਾਂ ਤੋਂ ਮੰਨਿਆ ਜਾਂਦਾ ਹੈ ਜੋ ਆਪਣੇ ਤੋਂ ਪਹਿਲਾਂ ਤੁਰੀ ਆਉਂਦੀ ਪਰੰਪਰਾ ਦਾ ਆਲੋਚਨਾਤਮਕ ਪੱਧਰ 'ਤੇ ਪੁਨਰ ਮੁਲਾਂਕਣ ਕਰਦੇ ਹਨ। ਆਪਣੇ ਪਰੰਪਰਾਗਤ ਵਿਰਸੇ ਵਿੱਚੋਂ ਉਹ ਕੁਝ ਦਾ ਤਿਆਗ ਕਰਦਾ ਹੈ ਅਤੇ ਕੁਝ ਨੂੰ ਉਸੇ ਤਰ੍ਹਾਂ ਹੀ ਗ੍ਰਹਿਣ ਕਰ ਲੈਂਦਾ ਹੈ। ਕਵੀ ਜਾਂ ਸਾਹਿਤਕਾਰ ਪਰੰਪਰਾ ਨੂੰ ਸਾਰਥਕ ਪੱਧਰ 'ਤੇ ਕਰਨ ਲਈ ਉਸੇ ਤਰ੍ਹਾਂ ਹੀ ਨਹੀਂ ਸਵੀਕਾਰਦੇ ਬਲਕਿ ਉਹ ਉਸ ਨੂੰ ਕ੍ਰਾਂਤੀਕਾਰੀ ਰੂਪ ਵਜੋਂ ਪੇਸ਼ ਕਰਦੇ ਹਨ। ਸਮੇਂ ਦੀਆਂ ਲੋੜਾਂ ਅਨੁਸਾਰ ਅਤੇ ਆਪਣੇ ਅਨੁਭਵ ਸਦਕਾ ਉਹ ਵਿਸ਼ੇ ਅਤੇ ਰੂਪ ਪੱਖੋਂ ਨਵੀਨਤਾ ਲਿਆਉਣ ਦਾ ਪ੍ਰਯਤਨ ਕਰਦਾ ਹੈ। ਸਾਹਿਤ ਨੂੰ ਨਵੀਂ ਦਿਸ਼ਾ ਦੇਣਾ ਵੀ ਆਧੁਨਿਕ ਲੇਖਕ ਆਪਣਾ ਮੁੱਢਲਾ ਕਰਤੱਵ ਸਮਝਦਾ ਹੈ। ਆਧੁਨਿਕਤਾ ਦਾ ਅਰਥ ਪਰੰਪਰਾ ਨੂੰ ਮੂਲੋਂ ਛੱਡਣਾ ਹੀ ਨਹੀਂ ਬਲਕਿ ਇਸ ਨੂੰ ਨਵੇਂ ਅਰਥ ਦੇਣਾ ਮੰਨਿਆ ਗਿਆ ਹੈ। ਆਧੁਨਿਕਤਾ ਦੇ ਅਸਰ ਹੇਠ ਪੰਜਾਬੀ ਕਵਿਤਾ ਵਿੱਚ ਕਈ ਨਵੇਂ ਪਰਿਵਰਤਨ ਆਏ ਜਿਵੇਂ ਕਿ ਨਵੀਂ ਭਾਸ਼ਾ ਨਵੀਆਂ ਤਕਨੀਕਾਂ ਕਾਵਿ ਸੰਚਾਰ ਆਦਿ ਦੀਆਂ ਨਵੀਆਂ ਵਿਧੀਆਂ ਭਾਸ਼ਕ ਯੁਕਤਾਂ ਖੁੱਲ੍ਹ ਦਾ ਸੰਕਲਪ ਇਸਤਰੀ ਭਾਵਾਂ ਦੀ ਪੇਸ਼ਕਾਰੀ ਗੁੰਝਲਦਾਰ ਮਾਨਵੀ ਸੰਕਲਪਾਂ ਦੀ ਪੇਸ਼ਕਾਰੀ ਆਦਿ ਪ੍ਰਮੁੱਖ ਹਨ। ਡਾਕਟਰ ਕਰਮਜੀਤ ਸਿੰਘ ਨੇ ਆਧੁਨਿਕਤਾ ਦੇ ਸੰਦਰਭ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਆਧੁਨਿਕਤਾ ਅਤੀਤ ਅਤੇ ਪਰੰਪਰਾ ਨਾਲੋਂ ਟੁੱਟਿਆ ਹੋਇਆ ਕੋਈ ਸੰਕਲਪ ਨਹੀਂ ਹੈ ਬਲਕਿ ਇਹ ਆਪਣੀ ਮੂਲ ਸ਼ਕਤੀ ਦੇ ਸਦਕਾ ਇਸ ਨੂੰ ਸੰਵਾਦਾਰਥਕ ਪਰਪੇਖ ਵਜੋਂ ਗ੍ਰਹਿਣ ਕਰਦੀ ਹੈ। ਆਧੁਨਿਕ ਪੰਜਾਬੀ ਕਵਿਤਾ ਦੀਆਂ ਪ੍ਰਵਿਰਤੀਆਂ ਦਾ ਅਧਿਐਨ ਅਸੀਂ ਇਸ ਤਰ੍ਹਾਂ ਕਰਾਂਗੇ। ਰਹੱਸਵਾਦੀ ਤੇ ਰਾਸ਼ਟਰੀ ਕਾਵਿ ਪ੍ਰਵਿਰਤੀ। ਰਹੱਸ ਦਾ ਅਰਥ ਗੁਪਤ ਜਾਂ ਭੇਦ ਭਰੀ ਗੱਲ ਹੈ। ਸਾਹਿਤ ਵਿੱਚ ਅਸੀਂ ਰਹੱਸ ਦਾ ਭਾਵ ਆਤਮਾ ਅਤੇ ਪਰਮਾਤਮਾ ਦੇ ਆਪਸੀ ਮਿਲਾਪ ਤੋਂ ਲੈਂਦੇ ਹਾਂ। ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਧਨੀ ਰਾਮ ਚਾਤ੍ਰਿਕ ਅਤੇ ਲਾਲਾ ਕਿਰਪਾ ਸਾਗਰ ਆਦਿ ਇਸੇ ਪ੍ਰਵਿਰਤੀ ਦੇ ਪ੍ਰਮੁੱਖ ਕਵੀ ਹਨ। ਪਹਿਲੇ ਕਵੀ ਹੈ ਇਸ ਪ੍ਰਵਿਰਤੀ ਨਾਲ ਸੰਬੰਧਿਤ ਭਾਈ ਵੀਰ ਸਿੰਘ।
ਭਾਈ ਵੀਰ ਸਿੰਘ ਨੂੰ ਸਿੱਖ ਇਤਿਹਾਸ ਦੀ ਪਰੰਪਰਾ ਦਾ ਵਿਸਥਾਰ ਦੇਣ ਵਾਲੇ ਕਵੀ ਦੇ ਨਾਲ ਨਾਲ ਆਧੁਨਿਕ ਰੁਚੀਆਂ ਰੱਖਣ ਵਾਲਾ ਕਵੀ ਵੀ ਮੰਨਿਆ ਹੈ। ਆਧੁਨਿਕ ਪੰਜਾਬੀ ਸਾਹਿਤ ਦੇ ਹਰ ਇੱਕ ਰੂਪ ਉੱਪਰ ਕਲਮ ਅਜਮਾਈ। ਡਾਕਟਰ ਧਰਮਪਾਲ ਸਿੰਘ ਨੇ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਮੋਢੀ ਅਤੇ ਪਿਤਾਮਾ ਮੰਨਿਆ ਹੈ। ਭਾਈ ਵੀਰ ਸਿੰਘ ਨੇ ਜਿੱਥੇ ਇੱਕ ਪਾਸੇ ਗੁਰਮਤਿ ਸਿਧਾਂਤ ਦੀ ਵਿਆਖਿਆ ਕਰਦਿਆਂ ਹੋਇਆਂ ਕਵਿਤਾਵਾਂ ਲਿਖੀਆਂ, ਉੱਥੇ ਦੂਜੇ ਪਾਸੇ ਉਸਨੇ ਪੱਛਮੀ ਤਰਜ਼ ਅਨੁਸਾਰ ਛੋਟੀਆਂ ਕਵਿਤਾਵਾਂ ਵੀ ਲਿਖੀਆਂ। ਵਧੇਰੇ ਕਰਕੇ ਉਸਨੇ ਰਹੱਸਵਾਦੀ ਕਵਿਤਾ ਲਿਖੀ। ਰਹੱਸਵਾਦੀ ਅਤੇ ਅਧਿਆਤਮਕਵਾਦੀ ਕਵਿਤਾ ਵਿੱਚ ਉਸਨੇ ਆਪਣੇ ਵਿਅਕਤੀਗਤ ਅਨੁਭਵਾਂ ਦੀ ਪੇਸ਼ਕਾਰੀ ਕੀਤੀ ਹੈ। ਕੰਬ ਦੀ ਕਲਾਈ ਕਵਿਤਾ ਉਸਨੇ ਇਸ ਤਰ੍ਹਾਂ ਦੇ ਭਾਵਾਂ ਦੀ ਤਰਜਮਾਨੀ ਕਰਦੀ ਹੈ। ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾਗਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨ ਆਏ, ਸਾਡੀ ਕੰਬਦੀ ਰਹੀ ਕਲਾਈ। ਭਾਈ ਵੀਰ ਸਿੰਘ ਨੇ ਪ੍ਰਾਕਿਰਤਿਕ ਨਜ਼ਾਰਿਆਂ ਨੂੰ ਵੀ ਆਪਣੀ ਕਵਿਤਾ ਵਿੱਚ ਪੇਸ਼ ਕੀਤਾ ਹੈ। ਅਸਲ ਵਿੱਚ ਉਹ ਪੁਰਾਤਨ ਕਾਵਿ ਅਤੇ ਆਧੁਨਿਕ ਕਾਵਿ ਵਿਚਕਾਰ ਇੱਕ ਪੁਲ ਵਾਂਗ ਕੰਮ ਕਰਦਾ ਹੈ। ਉਹ ਆਪਣੇ ਆਪ ਨੂੰ ਦੁਨੀਆਦਾਰੀ ਤੋਂ ਦੂਰ ਰੱਖ ਕੇ ਇਕੱਲਤਾ ਦਾ ਜੀਵਨ ਬਤੀਤ ਕਰਨ ਦਾ ਹਾਮੀ ਹੈ। ਮੇਰੀ ਛੁਪੇ ਰਹਿਣ ਦੀ ਚਾਹ ਤੇ ਛਿਪ ਜਾਣ ਦੀ ਚਾਹ, ਹਾਂ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਨੈਕਸਟ ਕਵੀ ਹੈ ਪ੍ਰੋਫੈਸਰ ਪੂਰਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਪੱਛਮੀ ਵਿਚਾਰਾਂ ਦਾ ਧਾਰਨੀ ਹੈ। ਉਹ ਪ੍ਰਤੱਖ ਰੂਪ ਵਿੱਚ ਧਾਰਮਿਕ ਉਦੇਸ਼ ਤੋਂ ਮੁਕਤ ਹੋਇਆ ਜਾਪਦਾ ਹੈ। ਧਰਮ ਅਤੇ ਸਮਾਜ ਦੇ ਠੇਕੇਦਾਰਾਂ ਉੱਪਰ ਉਸਨੇ ਖੂਬ ਟਕੋਰ ਕੀਤੀ ਹੈ। ਆਪ ਮੁਹਾਰਾ ਜੀਵਨ ਜਿਉਂਦਿਆਂ ਹੋਇਆਂ ਪ੍ਰੋਫੈਸਰ ਪੂਰਨ ਸਿੰਘ ਸੰਪਰਦਾਇਕਤਾ ਦਾ ਡਟ ਕੇ ਵਿਰੋਧ ਕਰਦਾ ਹੈ। ਉਦਾਹਰਨ ਦੇ ਤੌਰ 'ਤੇ ਉਹ ਪੰਡਤੋ, ਉਹ ਪ੍ਰੋਹਤੋ, ਮੁੱਲਾ ਮੁਲਾਣਿਓ, ਦੀਨ ਈਮਾਨ ਦਾ ਹੋਰ ਭੇਦ ਨਾ ਸਿੱਖਣਾ ਮੈਂ, ਚੋਰੀ ਚੋਰੀ ਤੁਸਾਂ ਮੈਨੂੰ ਆਣ ਦੱਸਣਾ, ਉਹ ਤੈਨੂੰ ਪਿਆਰ ਕਰਦਾ। ਅਗਲਾ ਕਵੀ ਹੈ ਧਨੀ ਰਾਮ ਚਾਤ੍ਰਿਕ। ਧਨੀ ਰਾਮ ਚਾਤ੍ਰਿਕ ਪੰਜਾਬੀ ਦੀ ਸਟੇਜੀ ਕਵਿਤਾ ਦਾ ਉਸਤਾਦ ਕਵੀ ਹੈ। ਉਸਨੇ ਆਪਣੀ ਕਵਿਤਾ ਵਿੱਚ ਪੰਜਾਬੀ ਜੀਵਨ, ਰਹਿਣੀ ਬਹਿਣੀ, ਰਸਮੋ ਰਿਵਾਜ, ਕਿਸਾਨੀ ਜੀਵਨ ਅਤੇ ਪੰਜਾਬੀਅਤ ਦਾ ਭਰਪੂਰ ਵਰਣਨ ਕੀਤਾ ਹੈ। ਸਮਾਜ ਅੰਦਰ ਮਨੁੱਖ ਉੱਤੇ ਹੋ ਰਹੇ ਜ਼ੁਲਮਾਂ ਦੀ ਵੀ ਉਸਨੇ ਆਪਣੀ ਕਵਿਤਾ ਵਿੱਚ ਪੇਸ਼ਕਾਰੀ ਕੀਤੀ ਹੈ। ਮਜ਼ਹਬ ਦਾ ਗੜ੍ਹ ਢਹਿੰਦਾ ਜਾਵੇ, ਥਾਂ ਥਾਂ ਪੈਂਦੇ ਜਾਣ ਮੁਰਾਰੇ। ਧਨੀ ਰਾਮ ਚਾਤ੍ਰਿਕ ਦੀਆਂ ਕਵਿਤਾਵਾਂ ਦੀਆਂ ਕਈ ਕਾਵਿ ਤੁਕਾਂ ਲੋਕ ਰੁਤਬਾ ਹਾਸਲ ਕਰ ਗਈਆਂ ਹਨ। ਮੇਲਿਆਂ ਅਤੇ ਤਿਉਹਾਰਾਂ ਦਾ ਵਰਣਨ ਵੀ ਉਸਨੇ ਆਪਣੀ ਕਵਿਤਾ ਵਿੱਚ ਕੀਤਾ ਹੈ। ਜਿਵੇਂ ਤੂੜੀ ਤੰਦ ਸਾਂਭਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਕੱਛੇ ਮਾਰ ਵੰਜਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਇਸੇ ਕਾਵਿ ਪ੍ਰਵਿਰਤੀ ਅਧੀਨ ਹੀਰਾ ਸਿੰਘ ਦਰਦ, ਫਿਰੋਜ਼ਦੀਨ ਸ਼ਰਫ, ਵਿਧਾਤਾ ਸਿੰਘ ਤੀਰ, ਚਰਨ ਸਿੰਘ ਸ਼ਹੀਦ, ਨੰਦ ਲਾਲ ਨੂਰਪੁਰੀ ਆਦਿ ਸਟੇਜ ਕਵੀ ਵੀ ਜ਼ਿਕਰਯੋਗ ਹਨ। ਧੰਨਵਾਦ। ਇਹ ਕੁਐਸਚਨ ਬਹੁਤ ਲੰਬਾ ਹੈ, ਸੋ ਇਸਨੂੰ ਕਈ ਤਰੀਕਿਆਂ ਨਾਲ ਛੋਟੇ ਭਾਗਾਂ ਵਿੱਚ ਵੰਡ ਕੇ ਵੀ ਪੁੱਛਿਆ ਜਾ ਸਕਦਾ ਐਗਜ਼ਾਮ ਵਿੱਚ, ਅਤੇ ਪੂਰੇ ਨੂੰ ਵੀ ਪੁੱਛਿਆ ਜਾ ਸਕਦਾ ਆ।
ਪਰ ਇੱਕ ਲੈਕਚਰ ਵਿੱਚ ਪੂਰੇ ਟੌਪਿਕ ਨੂੰ ਡਿਸਕਸ ਕਰਨਾ ਔਖਾ ਆ। ਮੇਰੇ ਲਈ ਇੰਨਾ ਔਖਾ ਨਹੀਂ ਹੈ, ਪਰ ਤੁਹਾਡੇ ਲਈ ਸਮਝਣਾ ਔਖਾ ਹੋਏਗਾ। ਇਸ ਲਈ ਅੱਜ ਦੇ ਲੈਕਚਰ ਵਿੱਚ ਜਿਹੜਾ ਹੈ ਕਿ ਅਸੀਂ ਇੰਨਾ ਹਿੱਸਾ ਹੀ ਡਿਸਕਸ ਕਰਾਂਗੇ। ਬਾਕੀ ਇਸਦੇ ਅਗਲੇ ਟੌਪਿਕ ਨੂੰ ਅਸੀਂ ਆਪਣੇ ਅਗਲੇ ਲੈਕਚਰ ਵਿੱਚ ਡਿਸਕਸ ਕਰਾਂਗੇ। ਧੰਨਵਾਦ।